ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਬੁਨਿਆਦਾਂ। ਸ਼ੀਸ਼ਾ ਸਾਹਿਬ। ਅਸੀਂ ਸ਼ੀਸ਼ਾ ਨਹੀਂ ਵੇਖਦੇ, ਅਸੀਂ ਆਪਣੇ ਆਪ ਨੂੰ ਵੇਖਦੇ ਹਾਂ। ਸ਼ੀਸ਼ੇ ਰਾਹੀਂ ਅਸੀਂ ਵੇਖਦੇ ਹਾਂ ਕਿ ਅਸੀਂ ਹੋਰਾਂ ਨੂੰ ਕਿਹੋ ਜਿਹੇ ਲੱਗਦੇ ਹਾਂ। ਸ਼ੀਸ਼ਾ ਸਾਨੂੰ ਆਪਣੇ ਆਪ ਨੂੰ ਸਾਹਮਣੇ ਵੇਖਣ ਦਾ ਅਵਸਰ ਦਿੰਦਾ ਹੈ। ਸ਼ੀਸ਼ਾ ਸਾਡੇ ਨੈਣ ਨਕਸ਼ ਹੀ ਨਹੀਂ ਵਿਖਾਉਂਦਾ, ਜੋ ਅਸੀਂ ਸੋਚਦੇ ਕਰਦੇ ਰਹੇ ਹਾਂ ਉਹਨਾਂ ਦੇ ਪ੍ਰਭਾਵ ਵੀ ਵਿਖਾਉਂਦਾ ਹੈ। ਮਨੁੱਖ ਦੇ ਚੱਜ ਆਚਾਰ ਵਿੱਚੋਂ ਉਸ ਦੀ ਰਹਿਣੀ ਬਹਿਣੀ ਅਤੇ ਸਿੱਖਿਆ ਸਿਖਲਾਈ ਦਾ ਅਕਸ ਝਲਕਦਾ ਹੈ। ਇੱਕ ਸ਼ੀਸ਼ਾ ਸਾਡੇ ਅੰਦਰ ਹੁੰਦਾ ਹੈ, ਇੱਕ ਬਾਹਰ। ਅੰਦਰਲਾ ਸ਼ੀਸ਼ਾ ਆਪਣੇ ਆਪ ਨੂੰ ਵੇਖਣ ਲਈ ਹੁੰਦਾ ਹੈ, ਬਾਹਰਲਾ ਆਪਣੇ ਆਪ ਨੂੰ ਵਿਖਾਉਣ ਲਈ ਵਰਤਿਆ ਜਾਂਦਾ ਹੈ। ਅਸੀਂ ਕਿਸੇ ਨੂੰ ਮਿਲਣ ਤੋਂ ਪਹਿਲਾਂ ਸ਼ੀਸ਼ੇ ਰਾਹੀਂ ਆਪਣੇ ਆਪ ਨੂੰ ਮਿਲਦੇ ਹਾਂ। ਅਸੀਂ ਹੀ ਸੰਸਾਰ ਨੂੰ ਨਹੀਂ ਵੇਖਦੇ ਪਰਖਦੇ, ਸੰਸਾਰ ਵੀ ਸਾਨੂੰ ਤੋਲਦਾ ਮਾਪਦਾ ਹੈ। ਜਿਵੇਂ ਸ਼ੀਸ਼ੇ ਵਿੱਚੋਂ ਸਾਡੀ ਸ਼ਕਲ ਵਿਖਾਈ ਦਿੰਦੀ ਹੈ, ਉਵੇਂ ਹੀ ਸਾਡੇ ਕਾਰਜਾਂ ਵਿੱਚੋਂ ਸਾਡਾ ਚੰਗਾ ਮਾੜਾ ਚਰਿੱਤਰ ਪ੍ਰਗਟ ਹੁੰਦਾ ਹੈ। ਸ਼ੀਸ਼ੇ ਵਿੱਚ ਅਸੀਂ ਆਪਣੇ ਟੇਢੇ ਚਿਹਰੇ ਨੂੰ ਸਿੱਧਾ ਅਤੇ ਗੋਲ ਕਰਦੇ ਹਾਂ। ਸ਼ੀਸ਼ੇ ਵਿੱਚੋਂ ਅਕਸਰ ਸ਼ਕਲ ਹੀ ਵੇਖੀ ਜਾਂਦੀ ਹੈ, ਕਿਉਂਕਿ ਪੁਰਸ਼ ਲਈ ਉਸ ਦੀ ਸ਼ਕਲ ਪਾਸਪੋਰਟ ਅਤੇ ਇਸਤਰੀ ਲਈ ਉਸ ਦੀ ਸ਼ਕਲ ਵੀਜ਼ਾ ਹੁੰਦੀ ਹੈ। ਮਨੁੱਖ ਆਪਣੇ ਸਾਰੇ ਅੰਗਾਂ ਵਿੱਚੋਂ ਸਭ ਤੋਂ ਵਧੇਰੇ ਧਿਆਨ ਆਪਣੀ ਸ਼ਕਲ ਵੱਲ ਦਿੰਦਾ ਹੈ ਅਤੇ ਇਸ ਲਈ ਇਸ ਦੀ ਨਿਰੰਤਰ ਲਿਪ ਲਿਪਾਈ ਕਰਦਾ ਰਹਿੰਦਾ ਹੈ। ਸੋਹਣੇ ਅਤੇ ਕੋਝੇ ਦੋਵੇਂ ਸ਼ੀਸ਼ਾ ਵੇਖਦੇ ਹਨ। ਸੋਹਣੇ ਹੋਰ ਸੋਹਣੇ ਬਣਨ ਲਈ ਅਤੇ ਕੋਝੇ ਆਪਣਾ ਕੋਝਾਪਣ ਢਕਣ ਲਈ। ਆਪਣੀ ਸ਼ਕਲ ਪੂਰੀ ਤਰ੍ਹਾਂ ਅਕਸਰ ਕਿਸੇ ਨੂੰ ਪਸੰਦ ਨਹੀਂ ਆਉਂਦੀ, ਸੋ ਮਨੁੱਖ ਆਪਣੀ ਸ਼ਕਲ ਵਿੱਚ ਲਗਾਤਾਰ ਫੇਰ ਬਦਲ ਕਰਦਾ ਹੀ ਰਹਿੰਦਾ ਹੈ। ਆਪਣੇ ਕੀਤੇ ਇਹਨਾਂ ਯਤਨਾਂ ਦੇ ਸਹੀ ਗਲਤ ਹੋਣ ਦੀ ਜਾਣਕਾਰੀ ਅਸੀਂ ਸ਼ੀਸ਼ੇ ਰਾਹੀਂ ਪ੍ਰਾਪਤ ਕਰਦੇ ਹਾਂ। ਮਨੁੱਖ ਆਪਣੀ ਅੱਖਾਂ ਨਾਲ ਆਪਣੀ ਸ਼ਕਲ ਨਹੀਂ ਵੇਖ ਸਕਦਾ, ਪਰ ਹੋਰਾਂ ਦੀ ਵੇਖ ਸਕਦਾ ਹੈ, ਸੋ ਉਹ ਆਪਣੀ ਸ਼ਕਲ ਸ਼ੀਸ਼ੇ ਰਾਹੀਂ ਵੇਖਦਾ ਹੈ। ਪਰ ਸ਼ੀਸ਼ੇ ਰਾਹੀਂ ਆਪਣੇ ਆਪ ਨੂੰ ਹਜ਼ਾਰਾਂ ਵਾਰ ਮਿਲਣ ਦੇ ਬਾਵਜੂਦ ਆਪਣੇ ਲਈ ਮਨੁੱਖ ਓਪਰਾ ਹੀ ਰਹਿੰਦਾ ਹੈ। ਇਸ ਲਈ ਉਹ ਹਰ ਰੋਜ਼ ਆਪਣੀ ਸ਼ਕਲ ਇਸ ਵਿਸ਼ਵਾਸ ਨਾਲ ਵੇਖਦਾ ਹੈ ਕਿ ਅੱਜ ਮੈਂ ਕੱਲ੍ਹ ਨਾਲੋਂ ਵਧੇਰੇ ਸੋਹਣਾ ਹੋ ਗਿਆ ਹੋਵਾਂਗਾ। ਇਵੇਂ ਸ਼ੀਸ਼ਾ ਆਸ ਅਤੇ ਸੰਭਾਵਨਾ ਦਾ ਪ੍ਰਤੀਕ ਹੈ। ਮਨੁੱਖ ਜਦੋਂ ਕੁਝ ਭੈੜਾ ਕਰਦਾ ਹੈ ਜਾਂ ਮੁਸ਼ਕਿਲ ਮੁਸੀਬਤ ਵਿੱਚ ਹੁੰਦਾ ਹੈ ਤਾਂ ਉਹ ਸ਼ੀਸ਼ਾ ਨਹੀਂ ਵੇਖਦਾ। ਜੇ ਵੇਖੇ ਤਾਂ ਉਸਨੂੰ ਆਪਣੀ ਸੂਰਤ ਪਸੰਦ ਨਹੀਂ ਆਵੇਗੀ। ਹਰ ਰੋਜ਼ ਤਿਆਰ ਹੋ ਕੇ ਅਸੀਂ ਸ਼ੀਸ਼ੇ ਵਿੱਚ ਪ੍ਰਵਾਨਗੀ ਲਈ ਵੇਖਦੇ ਹਾਂ। ਜਦੋਂ ਤੱਕ ਸ਼ੀਸ਼ਾ ਪ੍ਰਵਾਨਗੀ ਨਹੀਂ ਦਿੰਦਾ, ਅਸੀਂ ਸ਼ੀਸ਼ੇ ਅੱਗੋਂ ਪਰੇ ਨਹੀਂ ਹੁੰਦੇ। ਇਵੇਂ ਸ਼ੀਸ਼ਾ ਸਾਡੇ ਲਈ ਪ੍ਰਵਾਨਗੀ ਦੇਣ ਵਾਲਾ ਸਾਹਿਬ ਬਣ ਜਾਂਦਾ ਹੈ। ਕਿਉਂਕਿ ਸ਼ੀਸ਼ਾ ਸਾਡੇ 'ਤੇ ਹੱਸ ਅਤੇ ਰੋ ਨਹੀਂ ਸਕਦਾ, ਸੋ ਸਾਨੂੰ ਆਪਣੇ ਬਾਰੇ ਆਪ ਹੀ ਅਨੁਮਾਨ ਲਾਉਣੇ ਪੈਂਦੇ ਹਨ। ਸ਼ੀਸ਼ੇ ਵਿੱਚ ਅਸੀਂ ਆਪਣਾ ਆਦਰਸ਼ ਰੂਪ ਵੇਖਣਾ ਚਾਹੁੰਦੇ ਹਾਂ। ਇਸੇ ਕਰਕੇ ਮਨੁੱਖ ਦੀ ਸ਼ੀਸ਼ੇ ਨਾਲ ਪੱਕੀ ਸਾਂਝ ਹੈ। ਸ਼ੀਸ਼ੇ ਵਿੱਚੋਂ ਇਸਤਰੀ ਪੁਰਸ਼ ਲੱਭਦੇ ਆਪਣੇ ਦੋਸ਼ ਹਨ ਤਾਂ ਕਿ ਉਹ ਇਹਨਾਂ ਨੂੰ ਲੁਕਾ ਸਕਣ। ਜਦੋਂ ਦੋਸ਼ ਲੁਕਾ ਲਏ ਜਾਂਦੇ ਹਨ ਤਾਂ ਗੁਣ ਵਧੇਰੇ ਉਘੜ ਆਉਂਦੇ ਹਨ। ਵਾਲ ਰੰਗਣ ਵਾਲੇ ਜਾਗ ਕੇ ਸਵੇਰੇ ਹੀ ਸ਼ੀਸ਼ੇ ਨੂੰ ਪੁੱਛਦੇ ਹਨ, ਮੈਂ ਕੌਣ ਹਾਂ ਅਤੇ ਕਿਤਨੀ ਉਮਰ ਦਾ ਲੱਗਦਾ ਹਾਂ। ਇਸ ਅਨੁਸਾਰ ਉਹ ਉਸ ਦਿਨ ਲਈ ਆਪਣਾ ਵਿਹਾਰ ਨਿਰਧਾਰਤ ਕਰਦੇ ਹਨ। ਇਵੇਂ ਸ਼ੀਸ਼ੇ ਰਾਹੀਂ ਵਾਲ ਰੰਗਣ ਵਾਲੇ ਆਪਣੀ ਉਮਰ ਲੁਕਾਉਂਦੇ ਹਨ। ਇਸਤਰੀ ਉਮਰ ਲੁਕਾਉਣ ਦੇ ਨਾਲ ਨਾਲ ਆਪਣੀ ਤਿਲਕਦੀ ਜਾਂਦੀ ਜਵਾਨੀ ਨੂੰ ਵੀ ਫੜਦੀ ਹੈ। ਵਧੇਰੇ ਸ਼ੀਸ਼ਾ ਵੇਖਣ ਵਾਲਿਆਂ ਨੂੰ ਅਕਲ ਦੀ ਚਿੰਤਾ ਨਹੀਂ ਹੁੰਦੀ, ਉਮਰ ਦਾ ਫਿਕਰ ਹੁੰਦਾ ਹੈ। ਇਹ ਇੱਕ ਹੋਰ ਅਖੀਰਲਾ ਪਿਆਰ ਕਰਨਾ ਚਾਹੁੰਦੇ ਹਨ। ਮਨੁੱਖ ਸਭ ਤੋਂ ਵਧੇਰੇ ਖਰਚ ਜਵਾਨ ਸਮਝੇ ਜਾਣ, ਸੋਹਣੇ ਲੱਗਣ ਅਤੇ ਅਮੀਰ ਦਿਸਣ ਲਈ ਕਰਦਾ ਹੈ। ਜੀਵਨ ਵਿੱਚ ਸਭ ਤੋਂ ਦਿਲਚਸਪ ਵੀ ਅਤੇ ਹਾਸੋਹੀਣਾ ਵੀ ਪਿਆਰ ਸੰਬੰਧ ਉਹ ਹੁੰਦਾ ਹੈ ਜਿੱਥੇ ਇਸਤਰੀ ਪੁਰਸ਼ ਦੋਹਾਂ ਨੇ ਵਾਲ ਰੰਗੇ ਹੋਣ, ਕਿਉਂਕਿ ਇਹ ਸ਼ੀਸ਼ਿਆਂ ਦਾ ਸਿਰਜਿਆ ਪਿਆਰ ਹੁੰਦਾ ਹੈ। ਇਵੇਂ ਸ਼ੀਸ਼ੇ ਵਿੱਚੋਂ ਮਨੁੱਖ ਨੂੰ ਦਿਸਦਾ ਆਪਣਾ ਅਤੀਤ ਹੈ, ਉਹ ਨਿਹਾਰਦਾ ਆਪਣਾ ਵਰਤਮਾਨ ਹੈ, ਪਰ ਉਹ ਵੇਖਦਾ ਆਪਣਾ ਭਵਿੱਖ ਹੈ। ਸ਼ੀਸ਼ਾ ਮਨੁੱਖ ਨੂੰ ਵਿਸ਼ਵਾਸ ਦਿੰਦਾ ਹੈ, ਧਰਵਾਸ ਦਿੰਦਾ ਹੈ, ਕਿਸੇ ਦੀ ਤਾਂਘ ਬਣਨ ਦੀ ਉਮੀਦ ਉਪਜਾਉਂਦਾ ਹੈ। ਇਵੇਂ ਸ਼ੀਸ਼ੇ ਰਾਹੀਂ ਮਨੁੱਖ ਆਪਣੀ ਜਵਾਨੀ ਨੂੰ ਲਮਕਾਉਂਦਾ ਹੈ। ਸ਼ੀਸ਼ਾ ਮਨੁੱਖ ਨੂੰ ਸਵੈ ਵਿਸ਼ਵਾਸ ਦੇ ਕੇ ਉਸ ਦਾ ਵਿਹਾਰ ਬਦਲਦਾ ਹੈ। ਇਹ ਸਾਨੂੰ ਆਪਣੇ ਆਪ ਬਾਰੇ ਸੁਚੇਤ ਕਰਦਾ ਹੈ। ਇਹ ਸਵੈ ਪ੍ਰਸ਼ੰਸਾ ਦਾ ਸਾਧਨ ਵੀ ਹੈ। ਸ਼ੀਸ਼ੇ ਨਾਲ ਲੜਦਾ ਕੋਈ ਨਹੀਂ, ਨਾਰਾਜ਼ ਕਈ ਹੁੰਦੇ ਹਨ। ਸ਼ੀਸ਼ਾ ਸੋਚਦਾ ਨਹੀਂ, ਇਸ ਦੀ ਕੋਈ ਯਾਦ ਸ਼ਕਤੀ ਨਹੀਂ ਹੁੰਦੀ। ਭੈੜਾ ਬੰਦਾ ਵੀ ਸ਼ੀਸ਼ਾ ਇਸ ਆਸ ਨਾਲ ਹੀ ਵੇਖਦਾ ਹੈ ਕਿ ਉਸ ਨੂੰ ਸੰਤ ਦਾ ਚਿਹਰਾ ਦਿਸੇਗਾ, ਨੂਰਾਨੀ ਸੂਰਤ ਵਾਲਾ। ਸੰਤ ਵੀ ਸ਼ੀਸ਼ਾ ਇਸ ਵਿਚਾਰ ਆਸ ਨਾਲ ਵੇਖਦਾ ਹੈ ਕਿ ਮੈਂ ਜਲਦੀ ਹੀ ਰੂਹਾਨੀ ਚਿਹਰੇ ਵਾਲਾ ਗੁਰੂ ਦਿਸਣ ਲੱਗ ਜਾਵਾਂਗਾ।
ਸ਼ੀਸ਼ੇ ਸਾਹਮਣੇ ਜਦੋਂ ਸ਼ੇਰ ਸਿੰਘ ਸ਼ੇਰ ਗਰਜਦਾ ਹੈ ਤਾਂ ਸ਼ੀਸ਼ਾ ਸੁਣਦਾ ਹੀ ਹੈ, ਗਰਜਦਾ ਨਹੀਂ। ਸ਼ੇਰ ਚਲਾ ਜਾਂਦਾ ਹੈ, ਬੱਚਾ ਆ ਜਾਂਦਾ ਹੈ। ਸ਼ੀਸ਼ਾ ਸ਼ੇਰ ਨੂੰ ਭੁੱਲ ਜਾਂਦਾ ਹੈ। ਕਈ ਸ਼ੀਸ਼ੇ ਨਾਲ ਇਸ ਲਈ ਨਾਰਾਜ਼ ਹੁੰਦੇ ਹਨ ਕਿਉਂਕਿ ਉਹ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਮੋਰ ਵੇਖਣਾ ਚਾਹੁੰਦੇ ਹਨ, ਪਰ ਉਹਨਾਂ ਨੂੰ ਜਦੋਂ ਲੰਗੂਰ ਦਿਸਦਾ ਹੈ ਤਾਂ ਪਰੇਸ਼ਾਨ ਹੁੰਦੇ ਹਨ। ਇਹਨਾਂ ਗੱਲਾਂ ਦੇ ਬਾਵਜੂਦ ਜਿਸ ਚੀਜ਼ ਤੋਂ ਮਨੁੱਖ ਸਾਰਾ ਜੀਵਨ ਨਹੀਂ ਅੱਕਦਾ ਉਹ ਸ਼ੀਸ਼ਾ ਹੀ ਹੁੰਦਾ ਹੈ। ਇਵੇਂ ਸ਼ੀਸ਼ਾ ਸਾਰਾ ਜੀਵਨ ਸਾਡੇ ਨਾਲ ਨਿਭਦਾ ਹੈ। ਸ਼ੀਸ਼ੇ ਵਿੱਚੋਂ ਵੇਖਣ ਦੀ ਰੀਝ ਨੇ ਹੀ ਫੋਟੋਗ੍ਰਾਫੀ ਨੂੰ ਪ੍ਰਫੁੱਲਿਤ ਕੀਤਾ ਹੈ। ਫੋਟੋ ਰਾਹੀਂ ਅਸੀਂ ਸ਼ੀਸ਼ੇ ਤੋਂ ਬਿਨਾਂ ਵੀ ਆਪਣੇ ਆਪ ਨੂੰ ਵੇਖ ਸਕਦੇ ਹਾਂ। ਸ਼ੀਸ਼ਾ ਸੰਸਾਰ ਦੀਆਂ 50 ਮਹਾਨਤਮ ਕਾਢਾਂ ਵਿੱਚ ਗਿਣਿਆ ਜਾਂਦਾ ਹੈ। ਪਹੀਆ, ਬੇੜੀ, ਸਾਈਕਲ, ਬਿਜਲੀ, ਰੇਡੀਓ, ਸਿਨੇਮਾ, ਕਾਰ, ਟੈਲੀਫੋਨ, ਸ਼ੀਸ਼ਾ ਆਦਿ ਅਜਿਹੀਆਂ ਕਾਢਾਂ ਹਨ ਜਿਨ੍ਹਾਂ ਨੇ ਸੰਸਾਰ ਦੇ ਹਰੇਕ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ। ਸ਼ੀਸ਼ਾ ਸਾਡੀ ਨਿੱਤ ਪ੍ਰਤੀ ਦੀ ਗੱਲਬਾਤ ਦਾ ਭਾਗ ਬਣ ਗਿਆ ਹੈ। ਜਿਵੇਂ ਅਸੀਂ ਕਹਿੰਦੇ ਹਾਂ ਕਿ ਵਿਸ਼ਵਾਸ ਸ਼ੀਸ਼ੇ ਵਾਂਗ ਹੁੰਦਾ ਹੈ, ਇੱਕ ਵਾਰੀ ਟੁੱਟ ਜਾਵੇ ਜੁੜਦਾ ਨਹੀਂ, ਜੁੜ ਜਾਵੇ ਤਾਂ ਵੀ ਟੁੱਟਣ ਦਾ ਨਿਸ਼ਾਨ ਨਹੀਂ ਜਾਂਦਾ। ਜਦੋਂ ਕੋਈ ਆਪਣੀ ਔਕਾਤ ਨਾਲੋਂ ਵਧੇਰੇ ਉੱਚੀ ਛਾਲ ਮਾਰਦਾ ਹੈ ਤਾਂ ਅਸੀਂ ਅਕਸਰ ਹੀ ਕਹਿੰਦੇ ਹਾਂ, ਸ਼ੀਸ਼ੇ ਵਿੱਚੋਂ ਆਪਣੀ ਸ਼ਕਲ ਵੇਖੀ ਹੈ। ਬੱਚੇ ਦੀ ਜ਼ਿੰਦਗੀ ਵਿੱਚ ਸਭ ਤੋਂ ਪਹਿਲੀ ਅਦਭੁਤ ਚੀਜ਼ ਸ਼ੀਸ਼ਾ ਹੁੰਦੀ ਹੈ। ਉਸ ਨੂੰ ਸ਼ੀਸ਼ੇ ਵਿਚਲਾ ਬੱਚਾ ਬੜਾ ਹੈਰਾਨ ਕਰਦਾ ਹੈ। ਇਸ ਨੂੰ ਬੱਚੇ ਦੇ ਵਿਕਾਸ ਦਾ ਸ਼ੀਸ਼ਾ ਪੜਾਅ ਕਹਿੰਦੇ ਹਨ। ਕਿਸ਼ੋਰ ਅਵਸਥਾ ਵਿੱਚ ਲੜਕੇ ਲੜਕੀਆਂ ਸ਼ੀਸ਼ੇ ਦੇ ਨੇੜੇ ਹੋ ਕੇ ਆਪਣੇ ਆਪ ਨੂੰ ਨਿਹਾਰਦੇ ਹਨ। ਜਵਾਨੀ ਵਿੱਚ ਪਿਆਰ ਪੈ ਜਾਣ ਕਾਰਨ ਸ਼ੀਸ਼ਾ ਲੜਕੇ ਅਤੇ ਲੜਕੀ ਦੋਹਾਂ ਦਾ ਸਲਾਹਕਾਰ ਬਣ ਜਾਂਦਾ ਹੈ। 35-40 ਸਾਲ ਦੀ ਉਮਰ ਦੌਰਾਨ ਅਸੀਂ ਸ਼ੀਸ਼ੇ ਦੀ ਮਦਦ ਨਾਲ ਆਪਣੇ ਚਿਹਰੇ ਦੀ ਮੁਰੰਮਤ ਕਰਨ ਲੱਗ ਪੈਂਦੇ ਹਾਂ। 40-50 ਦੌਰਾਨ ਸਾਡੀ ਸ਼ੀਸ਼ੇ ਨਾਲ ਵਿੱਥ ਪੈਦਾ ਹੋਣ ਲੱਗ ਜਾਂਦੀ ਹੈ ਕਿਉਂਕਿ ਨੇੜਿਓਂ ਨੁਕਸ ਹੀ ਦਿਸਦੇ ਹਨ। ਫਾਸਲਾ ਕੁਝ ਧਰਵਾਸ ਦਿੰਦਾ ਹੈ। ਜਦੋਂ ਸ਼ੀਸ਼ੇ ਵਿੱਚੋਂ ਮਨਚਾਹਿਆ ਚਿਹਰਾ ਨਾ ਦਿਸੇ ਅਤੇ ਕੋਈ ਹੋਰ ਹੀ ਚਿਹਰਾ ਸਾਨੂੰ ਵੇਖਣ ਲੱਗ ਜਾਵੇ ਤਾਂ ਸ਼ੀਸ਼ਾ ਵੇਖਣ ਦਾ ਉਤਸ਼ਾਹ ਜਾਂਦਾ ਰਹਿੰਦਾ ਹੈ। 50-60 ਵਿਚਕਾਰ ਜ਼ਿੰਦਗੀ ਦੀ ਪਤਝੜ ਆਰੰਭ ਹੋ ਜਾਂਦੀ ਹੈ। ਸ਼ੀਸ਼ੇ ਨਾਲ ਫਾਸਲਾ ਹੋਰ ਵੱਧ ਜਾਂਦਾ ਹੈ। ਇਸ ਉਪਰੰਤ ਸ਼ੀਸ਼ਾ ਬਹੁਤ ਪੁਰਾਣਾ ਲੱਗਣ ਲੱਗ ਜਾਂਦਾ ਹੈ। ਖੰਡਰਾਂ ਦਾ ਮੁੱਢ ਮਹਿਲ ਬਣਨਾ ਸੰਭਵ ਨਹੀਂ ਲੱਗਦਾ। ਇੱਕ ਉਮਰ ਆ ਜਾਂਦੀ ਹੈ ਜਦੋਂ ਮਨੁੱਖ ਹਥਿਆਰ ਸੁੱਟ ਦਿੰਦਾ ਹੈ। ਬਦਲੇ ਤਾਂ ਅਸੀਂ ਆਪ ਹੁੰਦੇ ਹਾਂ। ਕਹਿੰਦੇ ਹਾਂ ਜ਼ਮਾਨਾ ਹੀ ਬਦਲ ਗਿਆ ਹੈ। ਸਰੀਰ ਵਿੱਚ ਲਚਕ ਨਹੀਂ ਰਹਿੰਦੀ। ਨਵੀਆਂ ਚੀਜ਼ਾਂ ਸਾਡੀ ਪੁਰਾਤਨਤਾ ਨੂੰ ਉਘਾੜਦੀਆਂ ਹਨ। ਸ਼ੀਸ਼ੇ ਸਮੇਤ ਸਾਰੀਆਂ ਚੀਜ਼ਾਂ ਵਿੱਚ ਸਾਡੀ ਦਿਲਚਸਪੀ ਮੁੱਕ ਜਾਂਦੀ ਹੈ। ਇਹ ਸਾਡਾ ਅਤੇ ਸ਼ੀਸ਼ੇ ਦੇ ਰਿਸ਼ਤੇ ਦਾ ਇਤਿਹਾਸ ਹੁੰਦਾ ਹੈ। ਸ਼ੀਸ਼ੇ ਦਾ ਆਪਣਾ ਬੜਾ ਲੰਮਾ ਅਤੇ ਦਿਲਚਸਪ ਇਤਿਹਾਸ ਹੈ। ਪਾਣੀ ਅਤੇ ਥਾਲੀ ਵਿੱਚੋਂ ਆਪਣੀ ਸ਼ਕਲ ਵੇਖਣ ਦਾ ਰਿਵਾਜ 5000 ਸਾਲ ਤੋਂ ਵੀ ਵੱਧ ਪਹਿਲਾਂ ਮਿਸਰੀ ਸੱਭਿਅਤਾ ਵਿੱਚ ਪਿਆ ਸੀ। ਲਗਭਗ 2500 ਸਾਲ ਪਹਿਲਾਂ ਯੂਨਾਨੀ ਅਤੇ ਰੋਮਨ ਸਮਾਜਾਂ ਵਿੱਚ ਵਿਸ਼ਵਾਸ ਸੀ ਕਿ ਸ਼ੀਸ਼ੇ ਵਿੱਚੋਂ ਮਨੁੱਖ ਦੀ ਆਤਮਾ ਦਿਸਦੀ ਹੈ। ਸੋ ਸ਼ੀਸ਼ੇ ਦਾ ਟੁੱਟਣਾ ਜਾਂ ਤੋੜਨਾ ਬਦਸ਼ਗਨੀ ਸਮਝਿਆ ਜਾਂਦਾ ਸੀ, ਜਿਸ ਦੇ ਨਤੀਜੇ ਵਜੋਂ 7 ਸਾਲ ਤੱਕ ਹੋਣ ਵਾਲੀਆਂ ਮੌਤਾਂ ਦਾ ਕਾਰਨ ਇਹ ਬਦਸ਼ਗਨੀ ਮੰਨਿਆ ਜਾਂਦਾ ਸੀ। ਉਸ ਜ਼ਮਾਨੇ ਦੇ ਲੋਕ ਆਪਣੇ ਘਰ ਦੇ ਪਿਛਲੇ ਬਗੀਚੇ ਵਿੱਚ ਪਾਣੀ ਨਾਲ ਭਰਿਆ ਇੱਕ ਬਰਤਨ ਰੱਖਦੇ ਸਨ, ਜਿਸ ਵਿੱਚੋਂ ਸਾਰੇ ਆਪਣਾ ਚਿਹਰਾ ਵੇਖਦੇ ਸਨ। ਅਜੋਕਾ ਸ਼ੀਸ਼ਾ 16ਵੀਂ ਸਦੀ ਦੌਰਾਨ ਇਟਲੀ ਦੇ ਸ਼ਹਿਰ ਵੀਨਸ ਵਿੱਚ ਪ੍ਰੇਮਿਕਾ ਨੂੰ ਤੋਹਫ਼ੇ ਵਜੋਂ ਜਾਂ ਦੁਲਹਨ ਨੂੰ ਦਾਜ ਵਿੱਚ ਦਿੱਤਾ ਜਾਂਦਾ ਸੀ। ਉਸ ਸਮੇਂ ਮਹਿਲਾਂ ਵਿੱਚ ਆਦਮ-ਕਦ ਸ਼ੀਸ਼ਿਆਂ ਦਾ ਰਿਵਾਜ ਪਿਆ। ਪਿਛਲੀ ਸਦੀ ਤੱਕ ਸ਼ੀਸ਼ਾ ਅਮੀਰ ਘਰਾਂ ਦੀ ਸਜਾਵਟ ਹੁੰਦਾ ਸੀ। ਇਟਲੀ ਤੋਂ ਸ਼ੀਸ਼ਾ ਪੈਰਿਸ ਪਹੁੰਚਿਆ, ਜਿੱਥੇ ਇਹ ਅਮੀਰ ਘਰਾਂ ਦੀ ਬੈਠਕ ਦਾ ਭਾਗ ਬਣਿਆ ਅਤੇ ਡਰੈਸਿੰਗ ਟੇਬਲ ਦਾ ਰਿਵਾਜ ਪਿਆ। ਸ਼ੀਸ਼ੇ ਦਾ ਵਪਾਰਕ ਉਤਪਾਦਨ ਉਦਯੋਗਿਕ ਕ੍ਰਾਂਤੀ ਦੌਰਾਨ ਯੂਰਪ ਵਿੱਚ ਹੋਇਆ। ਅੱਜ ਕੱਲ੍ਹ ਇਹ ਕਈ ਰੰਗਾਂ, ਰੂਪਾਂ, ਕਿਸਮਾਂ ਦਾ ਬਣਦਾ ਹੈ। ਹੁਣ ਉਹ ਸ਼ੀਸ਼ਾ ਵੀ ਬਣਦਾ ਹੈ ਜਿਸ ਵਿੱਚੋਂ ਮਨੁੱਖ ਆਪਣੇ ਆਪ ਨੂੰ ਸਭ ਕੋਣਾਂ ਤੋਂ ਵੇਖ ਸਕਦਾ ਹੈ। ਸ਼ੀਸ਼ੇ ਨੇ ਮਨੁੱਖ ਦੇ ਇਤਿਹਾਸ ਵਾਂਗ ਮਿਥਿਹਾਸ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਜਦੋਂ ਨਾਰਸਿਸਸ ਨੇ ਆਪਣੇ ਅਕਸ ਨੂੰ ਪਾਣੀ ਵਿੱਚ ਵੇਖਿਆ ਤਾਂ ਉਸ ਨੂੰ ਆਪਣੇ ਆਪ ਨਾਲ ਇਸ਼ਕ ਹੋ ਗਿਆ। ਸਵੈ ਪਿਆਰ ਦੀ ਇਸ ਰੁਚੀ ਨੂੰ ਨਾਰਸੀ ਰੁਚੀ ਕਹਿੰਦੇ ਹਨ। ਸੁਲੇਮਾਨ ਬਾਦਸ਼ਾਹ ਆਪਣੇ ਜ਼ਮਾਨੇ ਦੀ ਸਭ ਤੋਂ ਸੁੰਦਰ ਇਸਤਰੀ ਸ਼ੀਬਾ ਨੂੰ ਮਹਾਰਾਣੀ ਬਣਾਉਣਾ ਚਾਹੁੰਦਾ ਸੀ, ਜਿਸ ਦੀਆਂ ਲੱਤਾਂ ਸੰਗਮਰਮਰ ਦੀਆਂ ਹੋਣ ਬਾਰੇ ਕਈ ਕਹਾਣੀਆਂ ਪ੍ਰਚਲਿਤ ਸਨ। ਅਸਲੀਅਤ ਜਾਣਨ ਲਈ ਸੁਲੇਮਾਨ ਨੇ ਉਸ ਦੇ ਸਤਿਕਾਰ ਵਿੱਚ ਪ੍ਰੀਤੀ ਭੋਜ ਕੀਤਾ ਅਤੇ ਮਹਿਲ ਅੰਦਰ ਜਿਸ ਰਸਤਿਓਂ ਸ਼ੀਬਾ ਨੇ ਆਉਣਾ ਸੀ, ਉੱਥੇ ਫਰਸ਼ 'ਤੇ ਪਾਣੀ ਦਾ ਪ੍ਰਭਾਵ ਦੇਣ ਵਾਲੇ ਸ਼ੀਸ਼ੇ ਲਵਾ ਦਿੱਤੇ। ਸ਼ੀਬਾ ਨੇ ਉੱਥੋਂ ਲੰਘਦਿਆਂ ਆਪਣੀ ਲੱਤਾਂ ਦਾ ਕੱਜਣ ਗੋਡਿਆਂ ਤੱਕ ਉੱਚਾ ਕਰ ਲਿਆ।
ਇਵੇਂ ਸੁਲੇਮਾਨ ਨੇ ਉਸਦੀਆਂ ਲੱਤਾਂ ਵੇਖੀਆਂ ਸਨ ਅਤੇ ਅਸਲੀਅਤ ਜਾਣਨ ਅਤੇ ਭਰਮ ਦੂਰ ਹੋਣ ਉਪਰੰਤ ਸ਼ਿਬਾ ਨੂੰ ਸੁਲੇਮਾਨ ਨੇ ਆਪਣੀ ਮਹਾਰਾਣੀ ਬਣਾਇਆ ਸੀ। ਹਾਥੀ ਨੂੰ ਬੇੜੀ ਰਾਹੀਂ ਤੋਲਣ ਦਾ ਢੰਗ ਦੱਸਣ ਵਾਲਾ ਪ੍ਰਸਿੱਧ ਯੂਨਾਨੀ ਵਿਗਿਆਨੀ ਆਰਕਮੀਡਿਸ ਸੂਰਜ ਦੀਆਂ ਕਿਰਨਾਂ ਨੂੰ ਵੱਡੇ ਸ਼ੀਸ਼ਿਆਂ ਨਾਲ ਕੇਂਦਰਿਤ ਕਰਕੇ ਸਮੁੰਦਰ ਵਿੱਚ ਖਲੋਤੇ ਦੁਸ਼ਮਣ ਦੇ ਜਹਾਜ਼ਾਂ ਨੂੰ ਅੱਗ ਲਾ ਦਿਆ ਕਰਦਾ ਸੀ, ਜਿਸ ਕਾਰਨ ਯੂਨਾਨੀ ਫੌਜਾਂ ਦੀ ਜਿੱਤ ਹੋ ਜਾਂਦੀ ਸੀ। ਯੂਨਾਨੀ ਮਿਥਿਹਾਸ ਦੀ ਕਥਾ ਅਨੁਸਾਰ ਮੈਡੂਸਾ ਨਾਂ ਦੀ ਚੁੜੇਲ ਇਤਨੀ ਡਰਾਉਣੀ ਅਤੇ ਕਰੂਪ ਸੀ ਕਿ ਉਸ ਨੂੰ ਸਿੱਧਿਆਂ ਦੇਖਣ ਵਾਲਾ ਵਿਅਕਤੀ ਪੱਥਰ ਦਾ ਬੁੱਤ ਬਣ ਜਾਂਦਾ ਸੀ। ਪਰਸੂਅਸ ਨਾਂ ਦੇ ਯੋਧੇ ਨੇ ਮੈਡੂਸਾ ਨੂੰ ਸਿੱਧਿਆਂ ਵੇਖਣ ਦੀ ਥਾਂ ਸ਼ੀਸ਼ੇ ਵਿੱਚੋਂ ਵੇਖ ਕੇ ਮੈਡੂਸਾ ਦਾ ਸਿਰ ਕੱਟ ਕੇ ਯੂਨਾਨ ਦੇ ਲੋਕਾਂ ਨੂੰ ਉਸ ਦੇ ਭਿਆਨਕ ਡਰ ਤੋਂ ਮੁਕਤ ਕਰਵਾਇਆ ਸੀ। ਯਹੂਦੀ ਕਿਸੇ ਦੇ ਮਰਨ 'ਤੇ ਘਰ ਦੇ ਸ਼ੀਸ਼ਿਆਂ 'ਤੇ ਕਾਲਾ ਕੱਪੜਾ ਪਾ ਦਿੰਦੇ ਹਨ ਅਤੇ ਸੋਗ ਦੌਰਾਨ ਉਹ ਸ਼ੀਸ਼ਾ ਨਹੀਂ ਵੇਖਦੇ। ਅਜੋਕੇ ਸੰਸਾਰ ਉੱਤੇ ਸ਼ੀਸ਼ੇ ਦਾ ਰਾਜ ਹੈ। ਇਹ ਸ਼ੀਸ਼ੇ ਦਾ ਯੁੱਗ ਹੈ। ਸ਼ੀਸ਼ੇ ਨੇ ਸੰਸਾਰ ਵਿੱਚ ਪਖੰਡ, ਦਿਖਾਵੇ ਅਤੇ ਬਨਾਵਟ ਨੂੰ ਵਧਾਇਆ ਹੈ ਅਤੇ ਅਨੇਕਾਂ ਨੂੰ ਹਉਮੈ ਦਾ ਰੋਗ ਲਾਇਆ ਹੈ। ਸ਼ੀਸ਼ੇ ਨੇ ਮਨੁੱਖ ਨੂੰ ਸਵਾਰਥੀ ਅਤੇ ਸਵੈ ਕੇਂਦਰਿਤ ਕਰ ਦਿੱਤਾ ਹੈ। ਜਿਨ੍ਹਾਂ ਦੀ ਸ਼ਕਲ ਵਿਗੜੀ ਹੁੰਦੀ ਹੈ, ਉਹ ਸ਼ੀਸ਼ੇ ਰਾਹੀਂ ਅਕਸਰ ਆਪਣਾ ਚਿਹਰਾ ਹੋਰ ਵਿਗਾੜ ਕੇ ਹਾਸੋਹੀਣੇ ਬਣ ਜਾਂਦੇ ਹਨ। ਜਿਉਂ-ਜਿਉਂ ਸ਼ੀਸ਼ਾ ਸਾਫ਼ ਅਤੇ ਸੋਹਣਾ ਹੁੰਦਾ ਗਿਆ ਹੈ, ਤਿਉਂ-ਤਿਉਂ ਸੁੰਦਰਤਾ ਵਧੀ ਹੈ ਅਤੇ ਸੁੰਦਰ ਹੋਣ ਦੇ ਢੰਗ ਤਰੀਕੇ ਵੀ ਵਧੇ ਹਨ। ਜਿਹੜਾ ਆਪਣੇ ਆਪ ਨੂੰ ਪਸੰਦ ਨਹੀਂ ਕਰਦਾ, ਉਹ ਵੀ ਸ਼ੀਸ਼ੇ ਨੂੰ ਪਸੰਦ ਕਰਦਾ ਹੈ। ਸ਼ੀਸ਼ੇ ਕਾਰਨ ਮਨੁੱਖ ਆਪਣੇ ਨੇੜੇ ਰਹਿੰਦਾ ਹੈ ਅਤੇ ਉਸ ਵਿੱਚ ਕਿਸੇ ਨੂੰ ਪਿਆਰ ਕਰਨ ਦੀ ਤਾਂਘ ਵੱਧਦੀ ਹੈ। ਵਾਸਤਵ ਵਿੱਚ ਅਸੀਂ ਸਾਰੇ ਅਧੂਰੇ ਹਾਂ, ਇਸ ਲਈ ਸਾਨੂੰ ਸੰਪੂਰਨ ਹੋਣ ਦੀ ਧਰਵਾਸ ਦੇਣ ਵਾਲੇ ਪਿਆਰ ਦੀ ਲੋੜ ਪੈਂਦੀ ਹੈ। ਪਿਆਰ ਮਿਲਣੀ ਵਾਸਤੇ ਤਿਆਰ ਹੋਣ ਲਈ ਸ਼ੀਸ਼ੇ ਦੀ ਲੋੜ ਪੈਂਦੀ ਹੈ। ਜੇ ਮਨੁੱਖ ਸੰਪੂਰਨ ਹੁੰਦਾ ਤਾਂ ਉਸ ਨੂੰ ਪਿਆਰ ਦੀ ਲੋੜ ਨਹੀਂ ਸੀ ਪੈਣੀ, ਕਿਸੇ ਨੂੰ ਨਫ਼ਰਤ ਕਰਨ ਦੀ ਵੀ ਲੋੜ ਨਹੀਂ ਸੀ ਪੈਣੀ, ਉਸ ਨੂੰ ਕਿਸੇ ਰਿਸ਼ਤੇ ਦੀ ਵੀ ਲੋੜ ਨਹੀਂ ਸੀ ਉਪਜਣੀ ਅਤੇ ਸ਼ੀਸ਼ੇ ਵਿੱਚ ਵੇਖਣ ਦੀ ਵੀ ਲੋੜ ਨਹੀਂ ਸੀ ਹੋਣੀ। ਸ਼ੀਸ਼ੇ ਦੀ ਵਰਤੋਂ ਸੰਭੋਗ ਦੀ ਉਤੇਜਨਾ ਵਧਾਉਣ ਲਈ ਵੀ ਕੀਤੀ ਜਾਂਦੀ ਹੈ। ਵਪਾਰੀ ਅਕਸਰ ਆਪਣੀ ਛੋਟੀ ਦੁਕਾਨ ਦੀ ਇੱਕ ਪੂਰੀ ਕੰਧ 'ਤੇ ਸ਼ੀਸ਼ਾ ਲਾ ਕੇ ਦੁਕਾਨ ਦੇ ਵੱਡੇ ਹੋਣ ਦਾ ਪ੍ਰਭਾਵ ਸਿਰਜਦਾ ਹੈ। ਵੱਡੇ ਅਤੇ ਮਹਿੰਗੇ ਹੋਟਲਾਂ ਵਿੱਚ ਵੱਡੇ ਸ਼ੀਸ਼ਿਆਂ ਨਾਲ ਗਾਹਕਾਂ ਨੂੰ ਭਰਮਾਇਆ ਜਾਂਦਾ ਹੈ ਅਤੇ ਮਹੱਤਵਪੂਰਨ ਹੋਣ ਦਾ ਅਹਿਸਾਸ ਦਿੱਤਾ ਜਾਂਦਾ ਹੈ। ਯੂਰਪ ਅਤੇ ਅਮਰੀਕਾ ਵਿੱਚ ਗੁਸਲਖਾਨਿਆਂ ਵਿੱਚ ਵੱਡੇ ਸ਼ੀਸ਼ਿਆਂ ਅਤੇ ਰੋਸ਼ਨੀਆਂ ਨਾਲ ਤਿਲਸਮੀ ਪ੍ਰਭਾਵ ਸਿਰਜਿਆ ਜਾਂਦਾ ਹੈ। ਸਾਰੇ ਧਰਮ ਵੀ ਰੱਬ ਦੇ ਵੱਖ-ਵੱਖ ਸ਼ੀਸ਼ੇ ਪ੍ਰਤੀਤ ਹੁੰਦੇ ਹਨ। ਹੁਣ ਰੋਗਾਂ ਦੇ ਇਲਾਜ ਵਿੱਚ ਵੀ ਸ਼ੀਸ਼ੇ ਦੀ ਵਰਤੋਂ ਹੁੰਦੀ ਹੈ। ਫਿਜ਼ੀਓਥੈਰੇਪੀ ਰਾਹੀਂ ਅਧਰੰਗ ਆਦਿ ਦੇ ਇਲਾਜ ਵਿੱਚ ਸ਼ੀਸ਼ਾ ਬੜਾ ਸਹਾਈ ਹੁੰਦਾ ਹੈ। ਸ਼ੀਸ਼ਾ ਜੀਵਨ ਦੇ ਰੋਮਾਂਸ ਦਾ ਭਾਗ ਹੈ। ਇਹ ਸੋਹਣੇ ਲੱਗਣ, ਸ਼ਿੰਗਾਰ ਕਰਕੇ ਰੋਮਾਂਸ ਕਰਨ ਦੇ ਪੱਖੋਂ ਸਵੈ ਵਿਸ਼ਵਾਸ ਉਪਜਾਉਣ ਦਾ ਸਾਧਨ ਹੈ। ਸ਼ੀਸ਼ਾ ਹਰ ਕਿਸੇ ਨੂੰ ਪ੍ਰਸੰਨ ਕਰਦਾ ਹੈ, ਕਿਉਂਕਿ ਅਸੀਂ ਅਕਸਰ ਸ਼ੀਸ਼ਾ ਵੇਖਦੇ ਹੀ ਉਦੋਂ ਹਾਂ ਜਦੋਂ ਅਸੀਂ ਪ੍ਰਸੰਨ ਹੁੰਦੇ ਹਾਂ। ਜੋ ਵੀ ਪਿਆਰ ਕਰੇਗਾ, ਉਹ ਸ਼ੀਸ਼ੇ ਨੂੰ ਆਪਣਾ ਹਮਰਾਜ ਬਣਾਏਗਾ। ਹਰ ਇਸਤਰੀ ਆਪਣੇ ਆਪ ਨੂੰ ਇਸ ਆਸ ਨਾਲ ਸ਼ੀਸ਼ੇ ਵਿੱਚੋਂ ਵੇਖਦੀ ਹੈ ਕਿ ਭਾਵੇਂ ਮੈਂ ਸਭ ਤੋਂ ਸੋਹਣੀ ਨਹੀਂ, ਪਰ ਮੈਂ ਸੋਹਣੀ ਜ਼ਰੂਰ ਹਾਂ। ਅਸੀਂ ਸਮਾਜ ਦੇ ਪੈਮਾਨੇ ਅਨੁਸਾਰ ਹੀ ਕਿਸੇ ਨੂੰ ਸੋਹਣਾ ਕੋਝਾ ਐਲਾਨਦੇ ਹਾਂ। ਸ਼ੀਸ਼ਾ ਸਾਡੀ ਆਪਣੀ ਸ਼ਖਸੀਅਤ ਦਾ ਮੁਲਾਂਕਣ ਕਰਨ ਦਾ ਵੀ ਸਮਾਜਿਕ ਸੰਦ ਹੈ। ਲੋੜ ਪੈਣ 'ਤੇ ਸ਼ੀਸ਼ਾ ਵਿਸ਼ਲੇਸ਼ਣ ਵੀ ਕਰਦਾ ਹੈ ਅਤੇ ਚਾਹੁਣ 'ਤੇ ਸਲਾਹ ਵੀ ਦਿੰਦਾ ਹੈ। ਸ਼ੀਸ਼ੇ ਦਾ ਇੱਕ ਗੁਣ ਇਹ ਵੀ ਹੈ ਕਿ ਅਸੀਂ ਜਿਤਨਾ ਚਿਰ ਚਾਹੀਏ ਇਸ ਦਾ ਸਾਥ ਮਾਣ ਸਕਦੇ ਹਾਂ। ਇਹ ਅੱਕਦਾ ਥੱਕਦਾ ਨਹੀਂ। ਸ਼ੀਸ਼ਾ ਇਸਤਰੀ ਦਾ ਚਾਪਲੂਸ ਅਤੇ ਪੁਰਸ਼ ਦਾ ਪ੍ਰਸ਼ੰਸਕ ਹੁੰਦਾ ਹੈ। ਇਹ ਕਰੂਪਤਾ ਅਤੇ ਕੋਝੇਪਣ ਦੇ ਇਲਾਜ ਦਾ ਯੰਤਰ ਹੈ, ਜਿਸ ਲਈ ਕਈ ਕੋਝਿਆਂ ਨੂੰ ਸ਼ੀਸ਼ੇ ਅੱਗੇ ਖਲੋ ਕੇ ਬੜੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਨਿਰਸੰਦੇਹ ਪ੍ਰੇਮਿਕਾ ਨੂੰ ਉਸਦੇ ਪ੍ਰੇਮੀ ਨਾਲੋਂ ਵੀ ਸ਼ੀਸ਼ੇ ਨੇ ਵੱਧ ਨਿਹਾਰਿਆ ਹੁੰਦਾ ਹੈ। ਕਹਿੰਦੇ ਹਨ, ਅਸਲੀ ਸੁੰਦਰਤਾ ਉਹ ਹੁੰਦੀ ਹੈ ਜਿਸ ਨੂੰ ਵੇਖ ਕੇ ਸ਼ੀਸ਼ੇ ਨੂੰ ਆਪਣੀ ਸਮਰੱਥਾ 'ਤੇ ਸ਼ਰਮ ਆਵੇ। ਕਿਸੇ ਹੁਸੀਨ ਚਿਹਰੇ ਨੂੰ ਵੇਖ ਕੇ ਸ਼ੀਸ਼ਾ ਸ਼ੇਅਰ ਬੋਲਣ ਅਤੇ ਦਾਤ ਦੇਣ ਲੱਗ ਪੈਂਦਾ ਹੈ। ਇੱਕ ਇਸਤਰੀ 4 ਗੁਲਾਬ ਲੈ ਕੇ ਸ਼ੀਸ਼ੇ ਸਾਹਮਣੇ ਖਲੋਂਦੀ ਸੀ ਅਤੇ 5 ਗੁਲਾਬ ਵੇਖਦੀ ਸੀ। ਇੱਕ ਸੋਹਣੀ ਇਸਤਰੀ ਸ਼ੀਸ਼ੇ ਵਿੱਚ ਵੇਖ ਕੇ ਜਦੋਂ ਮੁਸਕਰਾਉਂਦੀ ਸੀ ਤਾਂ ਸ਼ੀਸ਼ਾ ਪਿਘਲ ਜਾਂਦਾ ਸੀ। ਆਪਣੀ ਸੁੰਦਰਤਾ 'ਤੇ ਮਾਣ ਕਰਨ ਵਾਲੀਆਂ ਕਈ ਇਸਤਰੀਆਂ ਆਪਣੇ ਸਾਰੇ ਵਸਤਰ ਉਤਾਰ ਕੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਨਿਹਾਰਦੀਆਂ ਹਨ। ਮਨੁੱਖ ਫੋਟੋ ਖਿਚਵਾਉਣ ਤੋਂ ਪਹਿਲਾਂ ਸ਼ੀਸ਼ੇ ਵਿੱਚ ਜਾਂ ਸ਼ੀਸ਼ਾ ਜ਼ਰੂਰ ਵੇਖਦਾ ਹੈ। ਅਦਾਕਾਰਾਂ ਦਾ ਸ਼ੀਸ਼ਿਆਂ ਅਤੇ ਕੈਮਰਿਆਂ ਨਾਲ ਹੀ ਵਾਹ ਪੈਂਦਾ ਹੈ। ਸਵੇਰੇ ਤਿਆਰ ਹੋ ਕੇ ਸ਼ੀਸ਼ਾ ਵੇਖੋ, ਫਿਰ ਸ਼ਾਮ ਨੂੰ ਵੇਖੋ। ਸਵੇਰ ਅਤੇ ਸ਼ਾਮ ਦਾ ਬਨਾਵਟ ਅਤੇ ਅਸਲੀਅਤ ਦਾ ਅੰਤਰ ਸਪਸ਼ਟ ਨਜ਼ਰ ਆਵੇਗਾ। ਸਵੇਰੇ ਅਸੀਂ ਬਾਗ ਹੁੰਦੇ ਹਾਂ, ਸ਼ਾਮ ਤੱਕ ਜੰਗਲ ਬਣ ਜਾਂਦੇ ਹਾਂ।
ਸ਼ੀਸ਼ੇ ਦੀ ਵਰਤੋਂ ਅਤੇ ਸ਼ੀਸ਼ੇ ਬਾਰੇ ਇਸਤਰੀਆਂ ਵਧੇਰੇ ਗੱਲਾਂ ਕਰਦੀਆਂ ਹਨ। ਅਕਸਰ ਹਰ ਸੋਹਣੀ ਇਸਤਰੀ ਦੇ ਪਰਸ ਵਿੱਚ ਇੱਕ ਸ਼ੀਸ਼ਾ ਹੁੰਦਾ ਹੈ ਤਾਂ ਕਿ ਕਿਸੇ ਨੂੰ ਦਿਸਣ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਵੇਖ ਲਵੇ। ਇੱਕ ਇਸਤਰੀ ਦੱਸ ਰਹੀ ਸੀ, ਸ਼ੀਸ਼ੇ ਵਿੱਚ ਵੇਖਣ ਨਾਲ ਮੈਨੂੰ ਆਪਣੇ ਸੋਹਣੇ ਹੋਣ ਦਾ ਹੰਕਾਰ ਹੋ ਜਾਂਦਾ ਹੈ। ਉਸ ਦੀ ਜਠਾਣੀ ਨੇ ਕਿਹਾ, ਤੈਨੂੰ ਹੰਕਾਰ ਨਹੀਂ ਹੁੰਦਾ, ਗਲਤੀ ਲੱਗਦੀ ਹੈ। ਇੱਕ ਹੋਰ ਨੇ ਦੱਸਿਆ, ਜਦੋਂ ਮੇਰਾ ਪਤੀ ਕਹਿੰਦਾ ਹੈ ਤੂੰ ਬਹੁਤ ਸੋਹਣੀ ਹੈ ਤਾਂ ਮੈਂ ਪਤੀ ਨੂੰ ਟੋਕਦੀ ਨਹੀਂ, ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖ ਕੇ ਸੋਚਦੀ ਹਾਂ ਪਤੀ ਠੀਕ ਹੀ ਕਹਿੰਦਾ ਹੈ। ਅਜੋਕਾ ਮਨੁੱਖ ਸ਼ੀਸ਼ਿਆਂ ਦੇ ਭਰਮ ਜਾਲ ਵਿੱਚ ਮਗਨ ਹੈ। ਆਪਣੇ ਗੁਣ ਵੇਖਣ ਲਈ ਮਨੁੱਖ ਸ਼ੀਸ਼ਾ ਵਰਤਦਾ ਹੈ, ਔਗੁਣ ਵੇਖਣ ਲਈ ਦੂਰਬੀਨ। ਸ਼ੀਸ਼ੇ ਵਿੱਚ ਸੱਜਾ ਹੱਥ ਖੱਬਾ ਹੋ ਜਾਂਦਾ ਹੈ, ਖੱਬਾ ਹੱਥ ਸੱਜਾ ਹੋ ਜਾਂਦਾ ਹੈ, ਪਰ ਛੱਤ ਫਰਸ਼ ਨਹੀਂ ਬਣਦਾ। ਜੇ ਸ਼ੀਸ਼ੇ ਦਾ ਭਰਮ ਵੇਖਣਾ ਹੋਵੇ ਤਾਂ ਸ਼ੀਸ਼ੇ ਸਾਹਮਣੇ ਇੱਕ ਘੜੀ ਰੱਖ ਕੇ ਵੇਖੋ, ਵਕਤ ਵੇਖਣਾ ਮੁਸ਼ਕਿਲ ਹੋ ਜਾਵੇਗਾ। ਸ਼ੀਸ਼ੇ ਵਿੱਚ ਹਰ ਵਸਤ ਦਾ ਆਕਾਰ ਅੱਧਾ ਵਿਖਾਈ ਦਿੰਦਾ ਹੈ। ਜੇ ਕਮਰੇ ਵਿੱਚ ਇੱਕ ਕੁਰਸੀ ਹੈ ਜਿਹੜੀ ਸ਼ੀਸ਼ੇ ਵਿੱਚੋਂ ਵੀ ਦਿਸਦੀ ਹੈ ਤਾਂ ਇਸ ਦਾ ਅਰਥ ਇਹ ਨਹੀਂ ਕਿ ਕਮਰੇ ਵਿੱਚ ਦੋ ਕੁਰਸੀਆਂ ਹਨ। ਬਦਲੇ ਹੋਏ ਸ਼ੀਸ਼ੇ ਵਿੱਚ ਵੇਖੋਗੇ, ਆਪਣੀ ਸ਼ਕਲ ਬਦਲੀ ਹੋਈ ਲੱਗੇਗੀ। ਹਰ ਵਿਅਕਤੀ ਸ਼ੀਸ਼ੇ ਨੂੰ ਵੱਖਰੇ ਢੰਗ ਨਾਲ ਵਰਤਦਾ ਹੈ। ਮਹਾਨ ਵਿਅਕਤੀ ਮਾਨਵ ਜਾਤੀ ਲਈ ਸ਼ੀਸ਼ਾ ਬਣਦੇ ਹਨ। ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਕਿਸੇ ਲਈ ਸ਼ੀਸ਼ਾ ਬਣਨਾ ਹੁੰਦੀ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।